ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਾਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਮਰੀ ਗਾਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਦੇਨ ਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਹਾਏ, ਨਾਨਕ ਕਹੂ ਨ ਸਿਜਈ ਬਿਨ ਨਾਵੈ ਪਤ ਜਾਏ। ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਸੁਖਾਓ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਦੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਪਹਿਲਾ। ਕੌਣ ਤਰਾਜੀ ਕੌਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾ। ਕੌਣ ਗੁਰੂ ਕੈ ਪੈ ਦੀਖਿਆ ਲੇਵਾ, ਕੈ ਪੈ ਮੁੱਲ ਕਰਾਵਾ। ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਤੂੰ ਜਲ ਥਲ ਮਈਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ। ਕੌਣ ਤਰਾਜੀ ਕੌਣ ਤੁਲਾ,
ਤੇਰਾ ਕਵਣ ਸਰਾਪ ਬੁਲਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਸੰਗਤਾਂ ਨੇ ਜੁੜ ਮਿਲ ਕਰਕੇ ਬੈਠਦਿਆਂ ਹੋਇਆਂ ਸਤਿਗੁਰਾਂ ਦੀ ਗੁਰਬਾਣੀ ਆਸਾ ਦੀ ਵਾਰ ਅੰਮ੍ਰਿਤ ਵੇਲੇ ਕੀਰਤਨ ਦੇ ਰੂਪ ਦੇ ਵਿੱਚ ਸਰਵਨ ਕਰ ਰਹੇ ਸੀ। ਇਸ ਵੇਲੇ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੀ ਜੋ ਕਥਾ ਅੰਮ੍ਰਿਤ ਵੇਲੇ ਆਪਾਂ ਸਰਵਨ ਕਰਦੇ ਹਾਂ ਤੇ ਇਸ ਨੂੰ ਸਰਵਨ ਕਰਨ ਦਾ ਆਪਾਂ ਨੂੰ ਸੁਭਾਗਾ ਸਮਾਂ ਇਹ ਪ੍ਰਾਪਤ ਹੋ ਰਿਹਾ ਹੈ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਰਵਨ ਕਰਕੇ ਇਸ ਮਨੁੱਖਾ ਜਨਮ ਦੀ ਪ੍ਰਾਪਤੀ ਜਿਹੜੀ ਸਾਨੂੰ ਹੋਈ ਹੈ ਇਹਨੂੰ ਸਫਲਾ ਬਣਾਈਏ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹ ਪਾਵਨ ਪਵਿੱਤਰ ਉਪਦੇਸ਼ ਸੂਹੀ ਰਾਗ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ। ਰਾਗ ਨੂੰ ਪੜ੍ਹਨ ਵਾਲੇ, ਰਾਗ ਨੂੰ ਗਾਉਣ ਵਾਲੇ ਜਿਹੜੇ ਗਵਈਏ ਨੇ ਉਹਨਾਂ ਦਾ ਵਿਚਾਰ ਇਹ ਹੈ ਕਿ ਬਹਾਰ ਮੌਸਮ ਦੇ ਵਿੱਚ ਜਦੋਂ ਮੌਸਮ ਬਹਾਰ ਆਉਂਦੀ ਹੈ ਇਸ ਰਾਗ ਨੂੰ ਦਿਨ ਦੇ 10 ਵਜੇ ਗਾਇਆ ਜਾ ਸਕਦਾ ਹੈ। ਐਸਾ ਇਹ ਰਾਗ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਔਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇਹ ਸ਼ਬਦ ਹੈ। ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕੌਣ ਤਰਾਜੀ ਕਵਣ ਤੁਲਾ, ਤੇਰਾ ਕਵਣ ਸਰਾਪ ਬੁਲਾਵਾ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਆ ਕੇ ਕਿਸੇ ਜਗਿਆਸੂ ਨੇ ਸਤਿਗੁਰਾਂ ਨੂੰ 6 ਸਵਾਲ ਪੁੱਛੇ ਨੇ। ਕੋਈ ਪਿਆਰਾ ਭਾਵਨਾ ਵਾਲਾ ਸਤਿਗੁਰੂ ਜੀ ਦਾ ਸਿੱਖ ਆਇਆ ਕੋਲ ਜਗਿਆਸੂ ਬਣ ਕੇ, ਮਹਾਰਾਜ ਮੇਰੇ ਕੁਝ ਸਵਾਲ ਨੇ, ਆਪ ਜੀ ਕਿਰਪਾ ਕਰਕੇ ਮੈਨੂੰ ਉੱਤਰ ਦੇ ਕੇ ਮੇਰੀ ਤਸੱਲੀ ਕਰਵਾ ਦਿਓ। ਸਤਿਗੁਰਾਂ ਨੇ ਪੁੱਛਿਆ ਭਾਈ ਕੀ ਬਚਨ ਹੈ? ਕਹਿਣ ਲੱਗਾ ਜੀ ਮੇਰੇ 6 ਸਵਾਲ ਨੇ, ਆਪ ਜੀ ਕਿਰਪਾ ਕਰਕੇ ਦੱਸੋ। ਸਤਿਗੁਰੂ ਕਹਿਣ ਲੱਗੇ ਠੀਕ ਹੈ, ਤੂੰ ਸਵਾਲ ਪੁੱਛੇਂਗਾ ਅਸੀਂ ਤੈਨੂੰ ਉਸ ਦਾ ਉੱਤਰ ਦੇਵਾਂਗੇ। ਤੇ ਫਿਰ ਇਸ ਵਿਅਕਤੀ ਨੇ ਮਹਾਰਾਜ ਦੇ ਨਾਲ ਇਹ ਬਚਨ ਕੀਤੇ ਹਨ। ਕੌਣ ਤਰਾਜੀ ਕਵਣ ਤੁਲਾ। ਮਹਾਰਾਜ ਜਿਸ ਤਰ੍ਹਾਂ ਇੱਕ ਬਾਣੀਆਂ ਹੱਟ ਦੇ ਉੱਪਰ ਬੈਠਾ ਹੋਇਆ, ਉਸਦੇ ਕੋਲ ਤਕੜੀ ਹੁੰਦੀ ਹੈ, ਉਸਦੇ ਕੋਲ ਵਟੇ ਹੁੰਦੇ ਨੇ, ਤੋਲਣ ਵਾਲੇ ਨੌਕਰ ਚਾਕਰ ਹੁੰਦੇ ਨੇ। ਉਹ ਸੌਦਾ ਤੋਲਦਾ ਹੈ ਤੇ ਦਿੰਦਾ ਹੈ। ਸਤਿਗੁਰੂ ਤੁਹਾਡੇ ਮਤ ਮੁਤਾਬਕ ਤਕੜੀ ਕਿਹੜੀ ਹੈ, ਵਟਾ ਕਿਹੜਾ ਹੈ ਜਿਹਦੇ ਨਾਲ ਪ੍ਰਾਪਤੀ ਹੁੰਦੀ ਹੈ? ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਇਹਨੇ ਪੁੱਛਿਆ ਕੌਣ ਤਰਾਜੀ। ਤਰਾਜੀ ਤੋਂ ਭਾਵ ਤੋਲਣ ਵਾਲੀ ਤਕੜੀ। ਮਹਾਰਾਜ ਉਹ ਕਿਹੜੀ ਤਕੜੀ ਹੈ ਜਿਹਦੇ ਵਿੱਚ ਤੋਲ ਕੇ ਪ੍ਰਮਾਤਮਾ ਨੂੰ ਲੈ ਲਈਏ। ਤੇ ਕਵਣ ਤੁਲਾ, ਤੁਲਾ ਕਹਿੰਦੇ ਵਟੇ ਨੂੰ। ਮਹਾਰਾਜ ਉਹ ਵਟਾ ਕਿਹੜਾ, ਭਾਰ ਤੋਲਣ ਵਾਲਾ ਜਿਹਦੇ ਨਾਲ ਪ੍ਰਮਾਤਮਾ ਨੂੰ ਤੋਲਿਆ ਜਾ ਸਕੇ। ਸਤਿਗੁਰੂ ਤਕੜੀ ਕਿਹੜੀ ਹੈ ਜਿਹਦੇ ਵਿੱਚ ਰੱਖ ਕੇ ਤੋਲਣਾ ਹੈ, ਅਤੇ ਉਹ ਵਟਾ ਕਿਹੜਾ ਜਿਹੜਾ ਪਾਸ ਕਰਾ ਕੇ ਦੂਜੇ ਪਲੜੇ ਵਿੱਚ ਰੱਬ ਤੋਲਿਆ ਜਾਵੇ।
ਪਰਮਾਤਮਾ ਦਾ ਵੇਟ ਕੀਤਾ ਜਾਵੇ, ਭਾਰ ਤੋਲਿਆ ਜੋਖਿਆ ਜਾਵੇ, ਸਤਿਗੁਰੂ ਵੱਟਾ ਕਿਹੜਾ ਹੈ। ਤੇਰਾ ਕਵਣ ਸਰਾਪ ਬੁਲਾਵਾ। ਗੁਰਮੁਖੋ ਸਰਾਪ ਕਹਿੰਦੇ ਨੇ ਤੋਲਣ ਵਾਲੇ। ਉਹ ਕਿਹੜਾ ਬਾਣੀਆਂ ਲੈ ਕੇ ਆਈਏ ਜਿਹੜਾ ਤਕੜੀ ਹੱਥ ਵਿੱਚ ਫੜ ਕੇ ਤੇ ਪਰਮਾਤਮਾ ਨੂੰ ਤੋਲ ਦੇਵੇ। ਤੇ ਸਰਾਪ ਕਿਹਾ ਜਾਂਦਾ ਪਰਖਣ ਵਾਲੇ ਨੂੰ, ਜਿਹਨੂੰ ਪਰਖ ਕਰਨ ਦੀ ਸੋਝੀ ਹੋਵੇ, ਗਿਆਨ ਹੋਵੇ ਕਿ ਇਹ ਵਸਤੂ ਅਸਲੀ ਹੈ, ਨਕਲੀ ਹੈ, ਚੰਗੀ ਹੈ, ਮਾੜੀ ਹੈ। ਜਿਹੜਾ ਪਰਖ ਕਰਨ ਵਾਲਾ ਹੈ ਉਹਨੂੰ ਕਿਹਾ ਜਾਂਦਾ ਸਰਾਪ। ਮਹਾਰਾਜ ਕਿਹੜਾ ਸਰਾਪ ਬੁਲਾਈਏ ਜਿਹੜਾ ਪਰਖ ਕਰੇ ਆ ਕੇ ਵੀ ਇਹ ਸੌਦਾ ਠੀਕ ਤੋਲਿਆ ਜਾ ਰਿਹਾ ਹੈ, ਜਾਂ ਕਿਹੜਾ ਸਰਾਪ ਬੁਲਾਈਏ ਜਿਹੜਾ ਤਕੜੀ ਦਾ ਹੱਥ ਵਿੱਚ ਫੜ ਕੇ ਸੇਰੂ ਤੇ ਉਸ ਨੂੰ ਤੋਲ ਸਕੇ। ਇਹ ਮੇਰਾ ਸਵਾਲ ਹੈ। 3 ਸਵਾਲ ਨੇ। ਕਵਣ ਤਰਾਜੀ ਤਕੜੀ ਕਿਹੜੀ ਹੈ, ਕਵਣ ਤੁਲਾ। ਦੂਜਾ ਸਵਾਲ ਇਹ ਹੈ ਵੀ ਵੱਟਾ ਕਿਹੜਾ ਹੈ, ਤੇ ਤੀਜਾ ਸਵਾਲ ਹੈ ਕਵਣ ਸਰਾਪ, ਉਹ ਤੋਲਣ ਵਾਲਾ ਕਿਹੜਾ ਹੈ। ਇਹ ਮੇਰੇ 3 ਸਵਾਲ ਹਨ। ਕੌਣ ਗੁਰੂ ਕਾ ਪੈ ਦੀਖਿਆ ਲੇਵਾ। ਮਹਾਰਾਜ ਗੁਰੂ ਕੌਣ ਹੈ, ਇਹ ਮੇਰਾ ਚੌਥਾ ਸਵਾਲ ਹੈ। ਗੁਰੂ ਕਿਹਨੂੰ ਕਹਿੰਦੇ ਨੇ, ਆਪ ਜੀ ਇਹਦੇ ਬਾਰੇ ਵੀ ਮੈਨੂੰ ਦੱਸੋ। ਤੇ 5ਵਾਂ ਸਵਾਲ ਹੈ ਕੈ ਪਹਿ ਦੀਖਿਆ ਲੇਵਾ। ਮੈਂ ਸਿੱਖਿਆ ਕਿਹਦੇ ਕੋਲੋਂ ਜਾ ਕੇ ਲਵਾਂ, ਸਿੱਖਿਆ ਕਿਹਦੇ ਕੋਲੋਂ ਲਵਾਂ। ਦਿਖਿਆ ਤੋਂ ਭਾਵ ਵੀ ਮੈਂ ਕਿਹਦਾ ਚੇਲਾ ਬਣ ਕੇ ਤੇ ਕਿਹਨੂੰ ਆਪਣਾ ਗੁਰੂ ਬਣਾ ਕੇ ਤੇ ਕਿਹਦੇ ਕੋਲੋਂ ਨਾਮ ਦੀ ਖੈਰਾਤ ਮੰਗਾ, ਨਾਮ ਮੈਨੂੰ ਕਿਹਦੇ ਕੋਲੋਂ ਪ੍ਰਾਪਤ ਹੋਵੇ। ਇਹ ਮੇਰਾ 5ਵਾਂ ਸਵਾਲ ਹੈ। ਆਪ ਜੀ ਕਿਰਪਾ ਕਰੋ। ਕੈ ਪੈ ਮੁੱਲ ਕਰਾਵਾ। ਅਤੇ ਮੈਂ ਕਿਹਦੇ ਕੋਲੋਂ ਮੁੱਲ ਪਵਾਵਾਂ ਪਰਮਾਤਮਾ ਦਾ। ਕੋਈ ਵਸਤੂ ਲੈਣੀ ਹੋਵੇ ਨਾ ਤੇ ਤ੍ਰਿਆਕਲ ਬੰਦਾ ਜਾਂਦਾ। ਦੁਨੀਆ ਵਿੱਚ ਕੋਈ ਇਸ ਤਰ੍ਹਾਂ ਦਾ ਬਣਿਆ ਹੀ ਨਹੀਂ ਜਿਹੜਾ ਤੇਰਾ ਅੰਤ ਪਾ ਲਵੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨ ਸਿਫਤੀ ਕਹਿਨ ਨਾ ਅੰਤ, ਨੇਤ ਨੇਤ ਕਥੰਤ ਬੇਦਾ। ਬੇਅੰਤ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਕਿ ਉਹ ਪਰਮਾਤਮਾ ਬੇਅੰਤ ਹੈ, ਉਹਦਾ ਕਿਸੇ ਨੇ ਅੰਤ ਨਹੀਂ ਪਾਇਆ, ਨਾ ਹੀ ਕੋਈ ਪਾ ਸਕਦਾ ਹੈ। ਮੇਰੇ ਲਾਲ ਜੀਓ, ਲਾਲ ਤੋਂ ਭਾਵ ਹੁੰਦਾ ਪਿਆਰਾ। ਐ ਮੇਰੇ ਪਿਆਰੇ ਪਰਮਾਤਮਾ, ਤੇਰਾ ਅੰਤ ਨਾ ਪਾਇਆ, ਤੇਰਾ ਕਿਸੇ ਨੇ ਅੰਤ ਪਾਇਆ ਨਹੀਂ, ਤੇਰੇ ਅੰਤ ਨੂੰ ਕੋਈ ਜਾਣ ਨਹੀਂ ਸਕਿਆ ਹੈ। ਤੂੰ ਜਲ ਥਲ ਮਈਲ ਭਰਪੂਰ ਲੀਨਾ। ਐ ਪਰਮਾਤਮਾ ਤੂੰ ਜਲ ਕਹੀਏ ਜਿਹੜਾ ਪਾਣੀ ਹੈ, 7 ਸਮੁੰਦਰਾਂ ਦਾ, ਨਦੀਆਂ ਦਾ, ਇਸ ਪਾਣੀ ਦੀ ਬੂੰਦ ਬੂੰਦ ਵਿੱਚ ਤੂੰ ਸਮਾਇਆ ਹੋਇਆ। ਪਹਾੜਾਂ ਤੋਂ ਚਸ਼ਮੇ ਨਿਕਲਦੇ ਪਏ, ਬਰਫ਼ ਬਣ ਕੇ ਪਾਣੀ ਆਉਂਦਾ ਪਿਆ, ਸਮੁੰਦਰ ਲਪਾ ਲੱਪ ਭਰੇ ਹੋਏ, ਬਰਸਾਤ ਹੁੰਦੀ ਪਈ ਹੈ। ਹਰੇਕ ਬਰਸਾਤ ਪਾਣੀ ਦੇ ਕਣ ਦੇ ਵਿੱਚ ਬੂੰਦ ਵਿੱਚ ਤੂੰ ਸਮਾਇਆ ਹੋਇਆ ਹੈ। ਤੇ ਥਲ ਕਹਿੰਦੇ ਗੁਰਮੁਖੋ ਮਾਰੂ ਥਰ ਰੇਗਿਸਤਾਨ। ਜਿਵੇਂ ਅਰਬ ਦੇਸ਼ ਨੇ ਰੇਤਾ ਹੀ ਰੇਤਾ ਨਜ਼ਰ ਆਉਂਦੀ ਹੈ, ਹਰੇਕ ਰੇਤ ਦੇ ਕਣ ਕਣ ਵਿੱਚ ਤੂੰ ਬੈਠਾ ਹੋਇਆ। ਜਲ ਥਲ। ਦੂਜਾ ਬਚਨ ਮਹਾਰਾਜ ਨੇ ਕੀਤਾ ਮਹੀ। ਮਹੀ ਕਹਿੰਦੇ ਧਰਤੀ ਨੂੰ। ਵੈਸੇ ਪਾਠ ਇਕੱਠਾ ਹੀ ਆਉਂਦਾ, ਮਹੀ ਅਲ ਧਰਤੀ ਤੇ ਆਕਾਸ਼। ਅਲ ਨਾਮ ਆਕਾਸ਼ ਦਾ ਹੈ, ਮਹੀ ਨਾਮ ਧਰਤੀ ਦਾ ਹੈ।
ਇਹ ਜਿਹੜੀ ਧਰਤੀ ਹੈ ਜਿਹਦੇ ਉੱਪਰ ਜੀਵ ਵੱਸਦੇ ਆ ਕੇ, ਪਰਮਾਤਮਾ ਇਹਦੇ ਵਿੱਚ ਵੀ ਤੂੰ ਵਸਿਆ ਹੋਇਆ ਹੈ। ਤੇ ਅਲ ਕਹੀਏ ਆਕਾਸ਼, ਜੋ ਸਾਨੂੰ ਉੱਪਰ ਬ੍ਰਹਿਮੰਡ ਦਿਖਾਈ ਦੇ ਰਿਹਾ, ਉਪਗ੍ਰਹਿ ਦਿਖਾਈ ਦੇ ਰਿਹਾ, ਇਹਨਾਂ ਵਿੱਚ ਵੀ ਤੂੰ ਸਮਾਇਆ ਹੋਇਆ। ਜਲ ਥਲ ਮਹੀਅਲ, ਧਰਤੀ ਤੇ ਆਕਾਸ਼ ਵਿੱਚ ਵੀ ਤੇਰੀ ਜੋਤ ਹੈ। ਜਿਮੀ ਜਮਾਨ ਕੈ ਬਿਖੈ, ਸਮਸਤ ਏਕ ਜੋਤ ਹੈ। ਇਹ 10ਵੇਂ ਪਾਤਸ਼ਾਹ ਦਾ ਬਚਨ ਹੈ। ਧਰਤੀ ਤੇ ਆਕਾਸ਼, ਇਹਨਾਂ ਤੋਂ ਲੈ ਕੇ ਜੋ ਵੀ ਕੁਝ ਪੈਦਾ ਹੋਇਆ, ਜਿਮੀ ਜਮਾਨ ਕੈ ਬਿਖੈ, ਸਮਸਤ ਏਕ ਜੋਤ ਹੈ। ਨਾ ਘਾਟ ਹੈ, ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਨਾ ਉਹ ਘਟਦੀ ਹੈ, ਨਾ ਉਹ ਵੱਧਦੀ ਹੈ, ਨਾ ਉਹ ਮੁੱਕਦੀ ਹੈ। ਸਾਰਿਆਂ ਥਾਵਾਂ ਤੇ ਤੇਰੀ ਜੋਤ, ਤੇਰਾ ਪ੍ਰਕਾਸ਼ ਹੋ ਰਿਹਾ ਹੈ। ਤੂੰ ਆਪੇ ਸਰਬ ਸਮਾਣਾ, ਤੂੰ ਆਪ ਹੀ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਕੋਈ ਇਹੋ ਜਿਹੀ ਜਗ੍ਹਾ ਹੈ ਹੀ ਨਹੀਂ ਵੀ ਜਿੱਥੇ ਤੂੰ ਨਾ ਹੋਵੇ। ਤੁਸੀਂ ਸਾਰਿਆਂ ਵਿੱਚ ਆਪੇ ਸਮਾਏ ਹੋਏ, ਆਪੇ ਬੈਠੇ ਹੋਏ ਹੋ। ਐਸੀ ਆਪ ਜੀ ਦਾਤ ਦੇਣ ਵਾਲੇ ਹੋ, ਐਸੀ ਆਪ ਜੀ ਕਿਰਪਾ ਕਰਨ ਵਾਲੇ ਕਿ ਆਪ ਸਾਰਿਆਂ ਵਿੱਚ ਸਮਾਏ ਹੋਏ ਬੈਠੇ ਹੋਏ ਹੋ। ਰਹਾਉ ਮਨ ਤਾਰਾ ਜੀ ਚਿਤ ਤੁਲਾ, ਤੇਰੀ ਸੇਵ ਸਰਾਫ ਕਮਾਵਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਸਵਾਲ ਕੀਤਾ ਸੀ ਨਾ। ਪਹਿਲਾ ਸਵਾਲ ਇਹ ਸੀ ਵੀ ਕਵਣ ਤਰਾਜੀ, ਮਹਾਰਾਜ ਤਕੜੀ ਕਿਹੜੀ ਹੈ? ਤੇ ਸਤਿਗੁਰੂ ਹੁਣ ਉਹ ਸਵਾਲ ਦਾ ਜਵਾਬ ਦਿੰਦੇ ਕਹਿਣ ਲੱਗੇ, ਬਚਨ ਇਹ ਹੈ ਮਨ ਤਰਾਜੀ। ਇਹ ਜਿਹੜਾ ਮਨ ਹੈ ਨਾ ਸਾਡਾ, ਇਹਨੂੰ ਪਰਮੇਸ਼ਰ ਦੇ ਪ੍ਰਾਇਨ ਕਰਨਾ। ਪ੍ਰਾਇਨ ਕਹਿੰਦੇ ਵੀ ਆਸਰੇ ਕਰਨਾ। ਜਿਹੜਾ ਮਨ ਪਰਮਾਤਮਾ ਦੇ ਆਸਰੇ ਕਰ ਦੇਣਾ, ਵੀ ਜੋ ਹੋਵੇਗਾ ਨਾ ਉਹ ਚੰਗਾ ਹੀ ਹੋਵੇਗਾ। ਦੁੱਖ ਵਿੱਚ ਪੈ ਕੇ ਦੁਖੀ ਨਾ ਹੋਣਾ ਤੇ ਸੁੱਖ ਵਿੱਚ ਪੈ ਕੇ ਸੁਖੀ ਨਾ ਹੋਣਾ। ਜੇ ਦੁੱਖ ਆ ਗਿਆ ਤੇ ਇਹ ਵੀ ਉਹਦਾ ਭਾਣਾ ਹੈ, ਜੇ ਸੁੱਖ ਆ ਗਿਆ ਤੇ ਇਹ ਵੀ ਉਹਦੀ ਬਖਸ਼ਿਸ਼ ਹੈ। ਇਹਨੂੰ ਕਹਿੰਦੇ ਨੇ ਪ੍ਰਾਇਨ ਹੋਣਾ, ਵੀ ਪਰ ਦੁੱਖ ਦੇ ਵਿੱਚ ਵੀ ਉਹਦੀ ਰਜਾ ਨੂੰ ਮੰਨਣਾ ਤੇ ਸੁੱਖ ਦੇ ਵਿੱਚ ਵੀ ਮੰਨਣਾ। ਮਹਾਰਾਜ ਤਕੜੀ ਕਿਹੜੀ ਹੈ? ਸਤਿਗੁਰੂ ਕਹਿੰਦੇ ਤਕੜੀ ਇਹ ਹੈ ਜਿਹੜਾ ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰਾਇਨ ਕਰਨਾ ਹੈ, ਉਹਦੇ ਆਸਰੇ ਕਰ ਦੇਣਾ। ਇਹ ਹੈ ਗੁਰਮੁਖਾ ਤਕੜੀ, ਜਿਹਦੇ ਵਿੱਚ ਪਰਮਾਤਮਾ ਨੂੰ ਤੋਲਿਆ ਜਾ ਸਕਦਾ ਹੈ। ਆਪਣੇ ਮਨ ਨੂੰ ਪਰਮਾਤਮਾ ਦੇ ਆਸਰੇ ਕਰ ਦੇਣਾ ਕਿ ਜੋ ਹੋਵੇਗਾ ਉਹ ਠੀਕ ਹੋਵੇਗਾ। ਕਬੀਰ ਸਾਹਿਬ ਜੀਆਂ ਦਾ ਨਾਮ ਲੈ ਕੇ ਕਿਸੇ ਨੇ ਆਖਿਆ ਨਾ ਵੀ ਅੱਜ ਕਬੀਰ ਸਾਹਿਬ ਦੇ ਘਰੇ ਭੰਡਾਰਾ ਹੈ, ਤੇ ਲੋਕ ਕਬੀਰ ਸਾਹਿਬ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ। ਪਰ ਕਬੀਰ ਸਾਹਿਬ ਨੂੰ ਕੋਈ ਫਿਕਰ ਨਹੀਂ ਹੈ ਵੀ ਮੇਰੇ ਘਰੇ 500 ਬੰਦਾ, 1000 ਬੰਦਾ, 2000 ਬੰਦਾ ਆਵੇਗਾ, ਮੈਂ ਰੋਟੀ ਕਿੱਥੋਂ ਖਵਾਉਣੀ ਹੈ, ਗਰੀਬੀ ਬੜੀ ਹੈ। ਨਹੀਂ, ਉਹਨਾਂ ਭਗਤਾਂ ਨੇ ਆਪਣਾ ਮਨ ਪਰਮਾਤਮਾ ਦੇ ਆਸਰੇ ਕੀਤਾ ਹੋਇਆ। ਜਾ ਕੇ ਬੈਠ ਗਿਆ ਜੰਗਲ ਵਿੱਚ, ਸਮਾਧੀ ਲਾ ਲਈ, ਰਾਮ ਰਾਮ ਕਰਨ ਲੱਗ ਪਏ। ਆਪੇ ਜਿਹੜਾ ਹੋਵੇਗਾ ਕਬੀਰ ਆਪੇ ਲੰਗਰ ਕਰੇਗਾ, ਤੇ ਪਰਮਾਤਮਾ ਉਹਦੀ ਥਾਂ ਤੇ ਆ ਕੇ ਜੱਗ ਕਰਦੇ ਪਏ। ਜੱਗ ਪਰਮਾਤਮਾ ਨੇ ਕੀਤਾ ਤੇ ਸ਼ੋਭਾ ਭਗਤ ਕਬੀਰ ਦੀ ਹੋ ਰਹੀ ਹੈ ਵੀ ਕਬੀਰ ਸਾਹਿਬ ਨੇ ਜੱਗ ਕਰਵਾਇਆ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜੇ ਭਗਤ ਨੇ ਉਹਨਾਂ ਨੇ ਆਪਣਾ ਸਾਰਾ ਦਾਰਮਦਾਰ ਜਿਹੜਾ ਪਰਮਾਤਮਾ ਤੇ ਸੁੱਟਿਆ ਹੋਇਆ, ਉਹਨੂੰ ਹੀ ਆਪਣਾ ਆਸਰਾ ਮੰਨਦੇ ਵੀ ਇਹ ਸਭ ਕੁਝ ਕਰੇਗਾ। ਜਿਹੜਾ ਮਨ ਪ੍ਰਾਇਨ ਕਰਨਾ ਉਹਦੇ ਉੱਪਰ ਇਹ ਕਹੀਏ ਵੀ ਤਕੜੀ ਹੈ, ਫਿਰ ਬਖਸ਼ਿਸ਼ ਕਰਦੇ ਹਨ। ਮਨ ਤਾਰਾ ਜੀ ਚਿਤ ਤੁਲਾ, ਉਹ ਦੂਜਾ ਅਰਥ ਕਰਦੇ ਨੇ ਜਿਹੜਾ ਮਨ ਦੇ ਵਿੱਚ ਨਾਮ ਦਾ ਮੰਨਣ ਕਰਨਾ ਹੈ। ਹੁਣ ਆਪਾਂ ਬਚਨ ਤੇ ਸਾਰੇ ਸੁਣਦੇ ਪਏ ਹਾਂ, ਕਥਾ ਦੇ ਰੂਪ ਦੇ ਵਿੱਚ, ਕੀਰਤਨ ਰੂਪ ਦੇ ਵਿੱਚ, ਪਰ ਸੁਣ ਕੇ ਜਿਹੜਾ ਬਚਨ ਮੰਨ ਲੈਣਾ ਮਨ ਦੇ ਵਿੱਚ ਵੀ ਆਹ ਮੈਂ ਕਮਾਈ ਅੱਜ ਕਰਨੀ ਹੈ ਇਸ ਬਚਨ ਦੀ, ਜਾਂ ਮੈਂ ਆਹ ਬਚਨ ਜਿਹੜਾ ਸਾਰੀ ਜ਼ਿੰਦਗੀ ਕਮਾਉਣਾ ਹੀ ਕਮਾਉਣਾ ਹੈ। ਮਹਾਰਾਜ ਕਹਿੰਦੇ ਇਹ ਹੈ ਤਕੜੀ। ਇਸ ਤਕੜੀ ਵਿੱਚ ਪਰਮਾਤਮਾ ਤੋਲਿਆ ਜਾਣਾ ਹੈ। ਮਨ ਤਾਰਾ ਜੀ, ਮਨ ਨੂੰ ਪਰਮਾਤਮਾ ਦੇ ਹੁਕਮ ਮੰਨਣ ਦੇ ਵਿੱਚ ਲਾ ਦੇਣਾ ਕਿ ਜਿਵੇਂ ਪਰਮਾਤਮਾ ਕਹਿੰਦਾ ਉਵੇਂ ਹੀ ਕਰਨਾ ਹੈ। ਇਹ ਹੈ ਤਕੜੀ, ਤਾਂ ਪਰਮਾਤਮਾ ਤੋਲਿਆ ਜਾਏਗਾ।
ਵਿਆਹ ਦਾ ਸਮਾਨ ਲੈ ਕੇ ਆਉਣਾ ਹੈ। ਪਰ ਭਾਈ ਭਗੀਰਥ ਜਿਹੜਾ ਇਹਨੂੰ ਰਹਿਣਾ ਨਹੀਂ ਚਾਹੁੰਦਾ ਦੂਜੀ ਰਾਤ ਲਾਹੌਰ ਵਿੱਚ, ਪਰ ਕੰਮ ਇਹੋ ਜਿਹਾ ਬਣ ਗਿਆ ਵੀ ਰਾਤ ਰਿਹਾ ਬਿਨਾਂ ਗੱਲ ਬੰਨੀ ਨਹੀਂ ਹੈ। ਦੁਕਾਨਦਾਰ ਕਹਿ ਰਿਹਾ ਵੀ ਇੱਕ ਰਾਤ ਹੋਰ ਰਹਿ ਪੋ। ਕਹਿਣ ਲੱਗਾ ਰਹਿਣ ਨੂੰ ਤੇ ਭਾਵੇਂ 2 ਰਹਿ ਪਵਾਂ, ਪਰ ਗੁਰੂ ਦਾ ਬਚਨ ਇਹ ਸੀ ਵੀ ਇੱਕ ਹੀ ਰਹਿਣਾ ਹੈ, ਮੈਂ ਦੂਜੀ ਰਾਤ ਨਹੀਂ ਰਹਿਣਾ। ਬਚਨ ਮੰਨਿਆ। ਜਿਨ੍ਹਾਂ ਨੇ ਮੰਨਣ ਕੀਤਾ ਹੈ ਸਫਲੇ ਉਹ ਹੋਏ ਦੁਨੀਆ ਦੇ ਵਿੱਚ। ਮਹਾਰਾਜ ਕਹਿਣ ਲੱਗੇ ਮਨ ਤਾਂ ਰਾਜੀ, ਜਿਹੜਾ ਮਨ ਦੇ ਵਿੱਚ ਪ੍ਰਮਾਤਮਾ ਦਾ ਹੁਕਮ ਮੰਨਣਾ, ਇਹ ਹੈ ਤਕੜੀ। 2 ਤਰ੍ਹਾਂ ਦੀ ਤਕੜੀ ਮਹਾਰਾਜ ਨੇ ਇੱਥੇ ਬਖਸ਼ੀ ਹੈ। ਇੱਕ ਤੇ ਮੰਨਣ ਕਰਨਾ, ਤੇ ਦੂਜਾ ਬਚਨ ਸੀ ਜਿਹੜਾ ਆਪਣੇ ਮਨ ਨੂੰ ਪ੍ਰਮਾਤਮਾ ਦੇ ਆਸਰੇ ਕਰਨਾ। ਇਹ ਤਕੜੀ ਦੇ 2 ਪੱਲੇ ਨੇ, ਇਹਦੇ ਵਿੱਚ ਪ੍ਰਮਾਤਮਾ ਤੋਲਿਆ ਜਾਏਗਾ। ਚਿੱਤ ਤੁਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਚਿੱਤ ਦੇ ਵਿੱਚ ਪ੍ਰਮਾਤਮਾ ਦਾ ਚਿਤਵਨ ਕਰਨਾ। ਆਪਾਂ ਬੈਠੇ ਆ ਨਾ, ਕਥਾ ਸਰਵਨ ਕਰ ਰਹੇ, ਪਰ ਸਾਡਾ ਮਨ ਪਤਾ ਨਹੀਂ ਕਿੱਥੇ ਦੌੜ ਗਿਆ। ਜਿਹੜਾ ਮਨ ਵਿੱਚ ਲੱਗ ਜਾਣਾ, ਮਨ ਕਿਸੇ ਬੱਲੇ ਜਾਣਾ ਹੀ ਨਾ, ਮਨ ਵਿੱਚ ਚਿਤਵਨਾ ਸੋਚਣਾ, ਜਾਂ ਮਨ ਦੇ ਵਿੱਚ ਨਾਮ ਜਪਦੇ ਰਹਿਣਾ, ਕਥਾ ਸੁਣਦਿਆਂ, ਕੀਰਤਨ ਸੁਣਦਿਆਂ, ਪਾਠ ਕਰਦਿਆਂ, ਕੰਮ ਕਾਰ ਕਰਦਿਆਂ, ਹਰ ਵੇਲੇ ਅੰਦਰ ਰਾਮ ਰਾਮ ਚੱਲਦਾ ਰਹਿਣਾ, ਇਹ ਹੈ ਵੱਟਾ। ਤੁਲਾ ਨਾਮ ਵੱਟੇ ਦਾ। ਪੁੱਛਿਆ ਨਾ ਮਹਾਰਾਜ ਵੱਟਾ ਕਿਹੜਾ? ਸਤਿਗੁਰੂ ਕਹਿੰਦੇ ਵੱਟਾ ਇਹ ਹੈ ਜਿਹੜਾ ਪ੍ਰਮਾਤਮਾ ਦਾ ਚਿਤਵਨ ਕਰਨਾ ਹੈ, ਮਨ ਵਿੱਚ ਸੋਚਣਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਮਨ ਤਾਂ ਰਾਜੀ ਚਿੱਤ ਤੁਲਾ। ਦੇਖੋ ਤੁਲਾ ਵੱਟਾ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਚਿੱਤ ਦੇ ਵਿੱਚ ਸ਼ੁਭ ਸੰਕਲਪਾਂ ਦਾ ਧਾਰਨ ਕਰਨਾ। ਆਪਾਂ ਬੈਠੇ ਆ ਨਾ ਗੁਰੂ ਗੋਦ ਵਿੱਚ, ਕਈ ਵਾਰੀ ਬੈਠੇ ਆ, ਇੱਥੇ ਵੀ ਮਨ ਵਿੱਚ ਆਉਂਦਾ ਵੀ ਹੁਣ ਮੈਂ ਜਾ ਕੇ ਨਾ ਫਲਾਣੇ ਦਾ ਪਹਿਲਾਂ ਕੰਮ ਵਿਗਾੜ ਹੀ ਆਵਾਂ, ਮੈਂ ਫਲਾਣੇ ਦੀ ਗੱਲ ਇੱਧਰੋਂ ਤੇ ਉੱਧਰ ਦੱਸ ਹੀ ਆਵਾਂ। ਬੈਠਿਆਂ ਵਿਚਾਰ ਇਹ ਬਣਦਾ ਪਿਆ ਵੀ ਫਲਾਣੇ ਦਾ ਕੰਮ ਬੰਨਣਾ ਨਹੀਂ ਚਾਹੀਦਾ, ਉੱਧਰੋਂ ਕੋਈ ਨਾ ਕੋਈ ਮਾੜਾ ਹੀ ਸੁਨੇਹਾ ਆਉਣਾ ਚਾਹੀਦਾ। ਨਹੀਂ, ਆਪਣੇ ਮਨ ਦੇ ਵਿੱਚ ਸ਼ੁਭ ਸੰਕਲਪ ਬਣਾਉਣਾ ਹੈ। ਸ਼ੁਭ ਸੰਕਲਪ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਇਹ ਹੈ ਸ਼ੁਭ ਸੰਕਲਪ, ਜਿਹੜਾ ਆਪਾਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸ਼ੁਭ ਸੰਕਲਪ ਧਾਰਨ ਕਰਨਾ ਹੈ। ਮੇਰਾ ਭਲਾ ਤੇ ਹੋ ਹੀ ਰਿਹਾ ਹੈ, ਪਰ ਜਿਹੜਾ ਮੇਰਾ ਗੁਆਂਢੀ ਹੈ, ਮੇਰਾ ਕੋਈ ਰਿਸ਼ਤੇਦਾਰ ਹੈ, ਮੇਰੇ ਕੋਲ ਬਹਿਣ ਵਾਲਾ, ਜਾਂ ਜਿਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਹੈ, ਉਹਦਾ ਵੀ ਭਲਾ ਹੋਵੇ। ਔਰ ਜੇ ਮੇਰੇ ਜਰੀਏ ਹੁੰਦਾ ਤਾਂ ਮੈਂ ਜ਼ਰੂਰ ਕਰਾਂਗਾ। ਇਹ ਜਿਹੜੇ ਸ਼ੁਭ ਸੰਕਲਪ ਧਾਰਨ ਕਰਨੇ, ਇਹ ਹੈ ਵੱਟਾ। ਇਹਦੇ ਨਾਲ ਪਰਮਾਤਮਾ ਤੋਲਿਆ ਜਾਏਗਾ। ਸਵਾਲ ਸੀ ਸਿੱਖ ਦਾ ਮਹਾਰਾਜ ਵੀ ਸੌਦਾ ਤੋਲਣ ਵਾਸਤੇ ਵੱਟਾ ਚਾਹੀਦਾ, ਰੱਬ ਨੂੰ ਕਿਹੜੇ ਵੱਟੇ ਨਾਲ ਤੋਲੀਏ? ਤੇ ਮਹਾਰਾਜ ਕਹਿੰਦੇ ਰੱਬ ਇਸ ਵੱਟੇ ਨਾਲ ਤੁਲੇਗਾ ਜਿਹੜੇ ਤੇਰੇ ਮਨ ਦੇ ਵਿੱਚ ਸ਼ੁਭ ਸੰਕਲਪ ਆ ਜਾਣਗੇ ਭਲਾ ਕਰਨ ਦੇ। ਬਖਸ਼ਿਸ਼ ਕਰਦੇ ਹਨ। ਤੇਰੀ ਸੇਵ ਸਰਾਪ ਕਮਾਵਾ। ਅਤੇ ਤੀਜਾ ਬਚਨ ਇਹ ਸੀ ਵੀ ਮਹਾਰਾਜ ਤਕੜੀ ਤੋਲਣ ਵਾਲਾ ਕਿਹੜਾ ਲੈ ਕੇ ਆਈਏ? ਸ਼ਰਾਫ ਜਾਂ ਸਮਾਨ ਦੀ ਪਰਖ ਕਰਨ ਵਾਲਾ ਕਿਹੜਾ ਲੈ ਕੇ ਆਈਏ? ਤੇ ਮਹਾਰਾਜ ਨੇ ਉਸ ਸਵਾਲ ਦਾ ਜਵਾਬ ਦਿੱਤਾ। ਕਹਿਣ ਲੱਗਾ ਤੇਰੀ ਸੇਵ, ਜਿਹੜੀ ਪ੍ਰਮਾਤਮਾ ਦੀ ਸੇਵਾ ਕਰਨੀ ਹੈ ਨਾ ਗੁਰਮੁਖੋ, ਇਹੋ ਹੀ ਹੈ ਤਕੜੀ ਨੂੰ ਤੋਲਣ ਵਾਲਾ। ਉਹਦੀ ਸੇਵਾ ਕਰਕੇ ਉਹਦੀ ਪ੍ਰਾਪਤੀ ਕਰਨੀ। ਸੇਵਾ ਕਰਤ ਹੋਏ ਨਿਹਕਾਮੀ, ਨਿਸ਼ਕਾਮ ਹੋ ਕੇ ਸੇਵਾ ਕਰਨੀ, ਇਹ ਹੈ ਉਹ ਤਕੜੀ ਤੋਲਣ ਵਾਲਾ ਜਾਂ ਪ੍ਰਮਾਤਮਾ ਦੀ ਪਰਖ ਕਰਨ ਵਾਲਾ। ਇਹ ਤੀਜਾ ਸਵਾਲ ਹੈ। ਸਵਾਲ ਸਿੱਖ ਦਾ ਇਹ ਸੀ ਵੀ ਮਹਾਰਾਜ ਤੇਰਾ ਕਵਨ ਸਰਾਫ ਬੁਲਾਵਾ, ਤੈਨੂੰ ਪਰਖਣ ਵਾਲਾ ਕਿੱਥੋਂ ਲੈ ਕੇ ਆਈਏ? ਸਤਿਗੁਰੂ ਕਹਿਣ ਲੱਗੇ ਤੇਰੀ ਸੇਵਾ ਸਰਾਫ ਕਮਾਵਾ, ਤੇਰੀ ਸੇਵਾ ਕਰਨੀ ਇਹੋ ਹੀ ਸਰਾਫ ਪਰਖਣ ਵਾਲਾ ਹੈ। ਇਸ ਤਰ੍ਹਾਂ ਹੀ ਪ੍ਰਮਾਤਮਾ ਪਰਖਿਆ ਜਾਂਦਾ ਹੈ। ਚੌਥਾ ਸਵਾਲ ਸਿੱਖ ਦਾ ਇਹ ਹੈ ਵੀ ਕਵਨ ਗੁਰੂ? ਮਹਾਰਾਜ ਗੁਰੂ ਕੌਣ ਹੈ? ਤੇ ਸਤਿਗੁਰੂ ਜਵਾਬ ਦਿੰਦੇ ਕਹਿਣ ਲੱਗੇ ਬ੍ਰਹਮ ਨਿਸ਼ਟੀ ਤੇ ਬ੍ਰਹਮ ਸਰੋਤਰੀ ਗੁਰੂ ਹੋਇਆ ਕਰਦਾ ਹੈ, ਜਿਸ ਨੂੰ ਬ੍ਰਹਮ ਦੀ ਸਮਝ ਪੈ ਗਈ ਹੈ, ਜਿਹੜਾ ਖੁਦ ਬ੍ਰਹਮ ਦਾ ਰੂਪ ਹੋ ਗਿਆ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਜਿਨੇ ਪ੍ਰਮਾਤਮਾ ਨੂੰ ਜਾਣ ਲਿਆ ਉਹ ਗੁਰੂ ਹੈ। ਸਿੱਖ ਦਾ ਸਵਾਲ ਇਹ ਸੀ ਵੀ ਕੌਣ ਗੁਰੂ? ਮਹਾਰਾਜ ਗੁਰੂ ਕੌਣ ਹੈ? ਸਤਿਗੁਰੂ ਕਹਿੰਦੇ ਗੁਰੂ ਉਹ ਹੈ ਜਿਹਨੇ ਪਰਮੇਸ਼ਰ ਨੂੰ ਜਾਣ ਲਿਆ ਹੈ। ਇਹ ਚੌਥਾ ਸਵਾਲ ਹੈ।
ਤੇ ਪੰਜਵਾਂ ਸਵਾਲ ਇਹ ਕੀਤਾ, ਕਹਿ ਪਹਿ ਦੀਖਿਆ ਲੇਵਾ, ਮੈਂ ਕਿਹਦੇ ਕੋਲੋਂ ਸਿੱਖਿਆ ਲਵਾਂ? ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਗੁਰੂ ਕੋਲੋਂ ਸਿੱਖਿਆ ਲੈ, ਕਿਉਂਕਿ ਗੁਰੂ ਨਾਮ ਹੀ ਉਪਦੇਸ਼ ਦੇਣ ਵਾਲੇ ਦਾ। ਗੋ ਨਾਮ ਹਨੇਰੇ ਦਾ ਤੇ ਰੂ ਨਾਮ ਪ੍ਰਕਾਸ਼ ਦਾ। ਦੋ ਹੀ ਸ਼ਬਦ ਨੇ ਨਾ, ਗੱਗਾ ਤੇ ਰਾਰਾ, ਦੋ ਅੱਖਰ ਨੇ। ਗੱਗੇ ਤੋਂ ਭਾਵ ਹੈ ਹਨੇਰਾ, ਅਗਿਆਨਤਾ, ਬੇਸਮਝੀ ਆਪਾਂ ਕਹਿ ਲਈਏ, ਸਮਝ ਨਾ ਆਉਣੀ। ਤੇ ਰੂ ਤੋਂ ਭਾਵ ਹੈ ਪ੍ਰਕਾਸ਼, ਸਮਝ ਦੇਣ ਵਾਲਾ, ਗਿਆਨ ਦੇਣ ਵਾਲਾ, ਉਹਨੂੰ ਕਿਹਾ ਜਾਂਦਾ ਗੁਰੂ। ਸਿੱਖ ਨੇ ਪੁੱਛਿਆ, ਮਹਾਰਾਜ ਦਿਖਿਆ ਕਿਹਦੇ ਕੋਲੋਂ ਲਵਾਂ? ਸਲਾਹ ਦੇਣ ਵਾਲੇ ਤੇ ਬੜੇ ਤੁਰੇ ਫਿਰਦੇ, ਉਪਦੇਸ਼ ਦੇਣ ਵਾਲੇ ਵੀ ਬੜੇ ਨੇ, ਕੰਨਾਂ ਵਿੱਚ ਮੰਤਰ ਦੇਣ ਵਾਲੇ ਵੀ ਬੜੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪੂਰੇ ਗੁਰ ਕਾ ਸੋਹਣੇ ਉਪਦੇਸ਼, ਇਹ ਬਚਨ ਹੈ ਨਾ ਮਹਾਰਾਜ ਦਾ। ਪੂਰੇ ਗੁਰ ਕਾ ਸੋਹਣੇ ਉਪਦੇਸ਼, ਪੂਰੇ ਗੁਰੂ ਦਾ ਉਪਦੇਸ਼ ਸੁਣ, ਫਿਰ ਉਹਦੀ ਕਮਾਈ ਕਰ। ਫਿਰ ਕੀ ਹੋਵੇਗਾ? ਪਾਰ ਬ੍ਰਹਮ ਨਿਕਟ ਕਰ ਭੇਖ। ਉਹ ਰੱਬ ਜਿਹੜਾ ਤੂੰ ਸੁਣਿਆ ਸੀ ਨਾ ਵੀ ਰੱਬ ਹੈ, ਪਰਮਾਤਮਾ ਹੈ, ਉਹ ਤੂੰ ਆਪਣੇ ਬਿਲਕੁਲ ਨੇੜੇ ਵੇਖ ਲਵੇਂਗਾ, ਦੂਰ ਰਵੇਗਾ ਹੀ ਨਹੀਂ। ਇਹ ਪੰਜਵੇਂ ਸਵਾਲ ਦਾ ਜਵਾਬ ਸੀ ਵੀ ਗੁਰੂ ਕੌਣ ਹੈ? ਕਹਿੰਦੇ ਗੁਰੂ ਉਹ ਹੈ ਜਿਹੜਾ ਤੇਰੇ ਮਨ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਕੇ ਤੈਨੂੰ ਗਿਆਨ ਦੇਵੇ। ਤੇ ਛੇਵਾਂ ਸਵਾਲ ਇਹ ਹੈ ਵੀ ਮੁੱਲ ਕਿਹਦੇ ਕੋਲੋਂ ਕਰਵਾਵਾਂ, ਉਹਦਾ ਮੁੱਲ ਕੌਣ ਪਾਵੇ? ਤੇ ਸਤਿਗੁਰੂ ਜਵਾਬ ਦਿੰਦੇ ਕਹਿਣ ਲੱਗੇ, ਭਾਈ ਪ੍ਰਮਾਤਮਾ ਦਾ ਮੁੱਲ ਇਹ ਪਾਉਣਾ ਹੈ ਜਿਹੜਾ ਸ਼ੁਭ ਗੁਣਾਂ ਦਾ ਧਾਰਨ ਕਰਨਾ ਹੈ। ਸਤ, ਸੰਤੋਖ, ਦਇਆ, ਧਰਮ, ਇਹ ਜਿਹੜੇ ਗੁਣ ਧਾਰਨ ਕਰਨੇ, ਪ੍ਰਮਾਤਮਾ ਦਾ ਮੁੱਲ ਪਾਉਣਾ ਹੈ। ਇਸ ਤਰ੍ਹਾਂ ਮੁੱਲ ਪਾਇਆ ਜਾ ਸਕਦਾ ਹੈ, ਕਿਉਂਕਿ ਨਾ ਸ਼ੁਭ ਗੁਣਾਂ ਦਾ ਮੁੱਲ ਹੈ, ਨਾ ਪ੍ਰਮਾਤਮਾ ਦਾ ਮੁੱਲ ਹੈ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਸਤਿਗੁਰੂ ਕਹਿੰਦੇ ਜਿਹੜੇ ਸ਼ੁਭ ਗੁਣ ਧਾਰਨ ਕਰਨੇ, ਗੁਰੂ ਕਿਹਾ ਸਿੱਖਾ, ਇਹ ਹੈ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ, ਇਹ ਹੈ ਉਸ ਪ੍ਰਮਾਤਮਾ ਦਾ ਮੁੱਲ ਪਾਉਣਾ। ਉਹਨਾਂ ਪਾਸੋਂ ਹੀ ਸ਼ੁਭ ਗੁਣਾਂ ਦਾ ਮੁੱਲ ਕਰਾਉਣਾ ਕਰ। ਜਿਹੜਾ ਗੁਰੂ ਹੈ ਨਾ ਭਾਈ, ਗੁਰੂ ਤੇਰੇ ਸ਼ੁਭ ਗੁਣਾਂ ਦਾ ਮੁੱਲ ਪਾਵੇਗਾ, ਕਿਉਂਕਿ ਗੁਰੂ ਸਮਰੱਥ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕੋਈ ਸਿੱਖ ਹੈ ਜਿਹੜਾ ਜਪਜੀ ਸਾਹਿਬ ਦਾ ਪਾਠ ਸੁਣਾਵੇ ਤੇ ਮਨ ਨੂੰ ਟਿਕਾ ਕੇ ਸੁਣਾਵੇ, ਲਗਾ ਮਾਤਰਾ ਦੇ ਸਮੇਤ ਸੁਣਾਵੇ। ਬਚਨ ਸੁਣ ਕੇ ਭਾਈ ਗੋਪਾਲਾ ਨਾਮ ਦਾ ਇੱਕ ਸਿੱਖ ਉੱਠਿਆ, ਉਹਨੇ ਸਾਰਾ ਹੀ ਪਾਠ ਸੁਣਾਇਆ ਤੇ ਸਤਿਗੁਰਾਂ ਨੇ ਉਹਦੀ ਕੀਤੀ ਸੇਵਾ ਦਾ, ਉਹਦੇ ਗੁਣ ਦਾ ਮੁੱਲ ਇਹ ਪਾਇਆ, ਇਹਨੂੰ ਗੁਰਤਾ ਗੱਦੀ ਦਈਏ, ਸਤਵਾਂ ਗੁਰੂ ਬਣਾਈਏ। ਮਨ ਟਿਕਾਉਣਾ ਕੋਈ ਨਿੱਕੀ ਜੀ ਗੱਲ ਨਹੀਂ ਹੈ। ਸਿੱਖ ਨੇ ਕਿੰਨਾ ਅਭਿਆਸ ਕੀਤਾ ਹੋਵੇਗਾ ਵੀ ਜਿਹੜਾ ਉਹਨੇ ਮਨ ਟਿਕਾ ਲਿਆ। ਸਤਿਗੁਰੂ ਗੁਰਤਾ ਗੱਦੀ ਦੇਣੀ ਚਾਹੁੰਦੇ, ਪਰ ਸਿੱਖ ਦੇ ਮਨ ਦਾ ਵਿਚਾਰ ਇਹ ਆ ਵੀ ਮਹਾਰਾਜ ਮੈਨੂੰ ਬੜਾ ਸੋਹਣਾ ਜਿਹੜਾ ਘੋੜਾ ਆਇਆ ਨਾ ਕਾਬਲ ਤੋਂ, 1.25 ਲੱਖ ਰੁਪਈਏ ਦਾ, ਤੇ ਉਸ ਘੋੜੇ ਦੇ ਉੱਪਰ ਕਾਠੀ ਪਾਈ ਹੈ ਸੋਨੇ ਦੀ, ਤੇ ਉਹਦੀ ਕੀਮਤ ਵੀ 1.25 ਲੱਖ ਹੀ ਹੈ। ਮਹਾਰਾਜ ਮੈਨੂੰ ਇਹ ਦੇ ਦੇਣ ਦੋਵੇਂ ਚੀਜ਼ਾਂ, ਕਾਠੀ ਦੇ ਸਮੇਤ ਘੋੜਾ। ਤੇ ਸਤਿਗੁਰਾਂ ਨੇ ਉਹੀ ਦੇ ਦਿੱਤਾ। ਸ਼ੁਭ ਗੁਣਾਂ ਦਾ ਜਿਹੜੀ ਦਾਤ ਹੈ, ਉਹਦਾ ਮੁੱਲ ਵੀ ਗੁਰੂ ਕੋਲੋਂ ਕਰਵਾਉਣਾ ਚਾਹੀਦਾ। ਗੁਰੂ ਹੀ ਸ਼ੁਭ ਗੁਣ ਦਾ ਮੁੱਲ ਪਾ ਸਕਦਾ, ਆਪਾਂ ਨਹੀਂ ਪਾ ਸਕਦੇ। ਕਹਿ ਪਹਿ ਮੁੱਲ ਕਰਾਵਾ, ਕਿਹਦੇ ਕੋਲੋਂ ਮੁੱਲ ਕਰਾਵਾ ਭਾਈ? ਸਤਿਗੁਰੂ ਕਹਿੰਦੇ ਸ਼ੁਭ ਗੁਣਾਂ ਦਾ ਮੁੱਲ ਗੁਰੂ ਕੋਲੋਂ ਕਰਾਉਣਾ ਕਰ। ਘਟ ਹੀ ਭੀਤਰ ਸੋ ਸਹੁ ਤੋਲੀ, ਘਟ ਹਿਰਦੇ ਦੇ ਵਿੱਚ ਉਹ ਜਿਹੜਾ ਸਹੁ ਪਤੀ ਪਰਮਾਤਮਾ ਹੈ, ਤੋਲੀ ਕਹੀਏ ਉਹਨੂੰ, ਵਿਚਾਰਨਾ ਕਰ। ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਨੂੰ ਵਿਚਾਰਨਾ ਕਰ। ਇਨ ਬਿਦ ਚਿਤ ਰਹਾਵਾ, ਇਸ ਵਿਧੀ ਦੇ ਨਾਲ ਮਨ ਟਿਕਦਾ ਹੈ। ਅਗਲਾ ਸਵਾਲ ਇਹ ਹੈ ਵੀ ਮਨ ਕਿਵੇਂ ਟਿਕੇ? ਮਨ ਤੇ ਹਰ ਵੇਲੇ ਦੌੜਦਾ ਹੈ। ਕਬਹੂ ਜਿਅੜਾ ਊਬ ਚੜ੍ਹਤ ਹੈ, ਕਬਹੂ ਜਾਏ। ਵਿਦਵਾਨਾਂ ਨੇ ਲਿਖਿਆ ਵੀ ਪਿੱਪਲ ਦਾ ਰੁੱਖ ਜਿਹੜਾ ਹੈ ਨਾ, ਤੇ ਪਿੱਪਲ ਦੇ ਰੁੱਖ ਦੇ ਉੱਪਰ ਸਭ ਤੋਂ ਉੱਚਾ ਜਿਹੜਾ ਪੱਤਾ ਹੁੰਦਾ, ਟੀਸੀ ਦੇ ਉੱਪਰ ਲੱਗਾ ਹੋਇਆ, ਉਸ ਨਿੱਕਾ ਜਿਹਾ ਪੱਤਾ ਤੇ ਬੜਾ ਕੋਮਲ ਹੁੰਦਾ। ਹਵਾ ਚੱਲੇ ਤੇ ਭਾਵੇਂ ਨਾ ਚੱਲੇ, ਪਰ ਉਹ ਪੱਤਾ ਹਿੱਲਦਾ ਹੀ ਰਹਿੰਦਾ। ਆਪਾਂ ਆਖੀਏ ਨਾ ਵੀ ਇਸ ਵੇਲੇ ਹਵਾ ਨਹੀਂ ਚੱਲਦੀ ਪਈ, ਬੜਾ ਘੁੱਟ ਲੱਗਾ ਹੋਇਆ।
ਸਾਹ ਨਹੀਂ ਆਉਂਦਾ ਪਿਆ। ਪਰ ਤੁਸੀਂ ਕਿਤੇ ਉਸ ਪਿੱਪਲ ਦੇ ਪੱਤੇ ਵੱਲ ਵੇਖਿਓ ਜਿਹੜਾ ਸਭ ਤੋਂ ਉੱਤੇ ਆ, ਨਿੱਕਾ ਜਿਹਾ, ਹਵਾ ਨਹੀਂ ਵੀ ਚੱਲਦੀ ਵੀ ਉਹ ਤਾਂ ਵੀ ਹਿੱਲੀ ਜਾਂਦਾ ਹੈ, ਤਾਂ ਵੀ ਹਰਕਤ ਵਿੱਚ ਹੈ। ਮਹਾਰਾਜ ਕਹਿੰਦੇ ਬੰਦਿਆ ਤੇਰਾ ਮਨ ਉਸ ਪਿੱਪਲ ਦੇ ਪੱਤੇ ਵਰਗਾ ਹੀ ਹੈ। ਇਹ ਹਰ ਵੇਲੇ ਹੀ ਹਿਲਦਾ ਰਹਿੰਦਾ ਹੈ, ਕਦੇ ਇਹ ਸੋਚ ਲਿਆ ਕਦੇ ਇਹ ਸੋਚ ਲਿਆ। ਇਹ ਮਨ ਕਦੇ ਵੀ ਇੱਕ ਜਗ੍ਹਾ ਤੇ ਟਿਕਿਆ ਨਹੀਂ, ਟਿਕਦਾ ਨਹੀਂ ਹੈ। ਪਿੱਪਲ ਦਾ ਪੱਤਾ ਬਿਨਾਂ ਹਵਾ ਤੋਂ ਹਿਲਦਾ ਹੈ, ਤੇਰਾ ਮਨ ਬਿਨਾਂ ਫੁਰਨਿਆਂ ਤੋਂ ਤਾਂ ਵੀ ਹਿੱਲੀ ਜਾ ਰਿਹਾ ਹੈ। ਤੇਰੇ ਕੋਲ ਹੈ ਸਾਰਾ ਕੁਝ ਹੀ, ਆਉਣ ਜਾਣ ਵਾਸਤੇ ਵੀ ਗੱਡੀ ਹੈ, ਘਰ ਵੀ ਹੈ, ਨੌਕਰੀ ਵੀ ਹੈ, ਧਨ ਵੀ ਹੈ, ਤੰਦਰੁਸਤੀ ਵੀ ਹੈ ਸਾਰਾ ਕੁਝ ਹੀ ਕੋਲ ਹੈ। ਪਰ ਮਨ ਤੇ ਫਿਰ ਵੀ ਹਿੱਲਦਾ ਪਿਆ ਹੈ, ਫਿਰ ਵੀ ਸੰਕਲਪ ਕਰਦਾ ਪਿਆ ਹੈ। ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਇਹ ਮਨ ਤੇ ਟਿਕਦਾ ਹੀ ਨਹੀਂ, ਕੀ ਕਰੀਏ? ਘਟ ਹੀ ਭੀਤਰ 100 ਤੋਲੀ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੀ ਵਿਚਾਰ ਕਰ। ਜਦੋਂ ਵਿਚਾਰ ਕਰੇਗਾ ਤੇ ਪਾਤਸ਼ਾਹ ਕਹਿਣ ਲੱਗੇ ਇਹ ਵਿਚਾਰਨਾ ਹੀ ਆਪਣੇ ਮਨ ਨੂੰ ਟਿਕਾਉਣਾ ਹੈ। ਵਿਚਾਰ ਕੇ ਆਪਣੇ ਮਨ ਵਿੱਚ ਉਹਨੂੰ ਟਿਕਾਉਣਾ ਕਰ। ਇਨ ਬਿਦ ਚਿਤ ਰਹਾਵਾ, ਇਸ ਵਿਧੀ ਕਰਕੇ ਮਨ ਟਿਕਦਾ ਹੈ। ਆਪੇ ਕੰਡਾ ਤੋਲ ਤਰਾਜੀ, ਉਹ ਪ੍ਰਮਾਤਮਾ ਆਪ ਹੀ ਪ੍ਰੇਮ ਰੂਪੀ ਕੰਡਾ ਹੈ। ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਏ। ਉਹ ਪ੍ਰੇਮ ਰੂਪੀ ਕੰਡਾ ਵੀ ਆਪ ਹੀ ਹੈ ਤੋਲਣ ਵਾਲਾ, ਆਪ ਤਰਾਜੀ। ਤੇ ਮਹਾਰਾਜ ਕਹਿੰਦੇ ਆਪੇ ਕੰਡਾ ਤੋਲ ਤਰਾਜੀ। ਉਹ ਕੰਡਾ ਪ੍ਰੇਮ ਰੂਪੀ ਆਪ ਹੈ। ਤੇ ਪਾਤਸ਼ਾਹ ਕਹਿਣ ਲੱਗੇ ਵਿਚਾਰ ਰੂਪੀ ਉਹ ਵਟਾ ਹੈ। ਸ਼ੁਭ ਵਿਚਾਰ ਹੋਣੇ ਇਹ ਵਟਾ ਹੈ ਉਸ ਪਰਮਾਤਮਾ ਨੂੰ ਤੋਲਣ ਵਾਸਤੇ। ਆਪੇ ਤੋਲਣ ਹਾਰਾ, ਆਪ ਹੀ ਕਹਿ ਲਈਏ ਵੀ ਉਹ ਗੁਰੂ ਰੂਪੀ ਤੋਲਣ ਵਾਲਾ ਹੈ। ਗੁਰੂ ਰੂਪ ਹੋ ਕੇ ਆਪ ਹੀ ਤੋਲਦਾ ਹੈ। ਆਪੇ ਕੰਡਾ ਪ੍ਰੇਮ ਰੂਪੀ ਕੰਡਾ ਆਪ ਹੈ, ਤੋਲ ਆਪ ਹੀ ਵਿਚਾਰ ਰੂਪੀ ਤੋਲ ਕਹੀਏ ਵਟਾ ਹੈ, ਅਤੇ ਤਰਾਜੀ ਬੁੱਧੀ ਰੂਪ ਤਕੜੀ ਵੀ ਆਪ ਹੈ। ਤੋਲਣਹਾਰਾ ਤੇ ਆਪ ਹੀ ਗੁਰੂ ਰੂਪ ਹੋ ਕੇ ਤੋਲਣ ਵਾਲਾ ਹੈ, ਉਹਦਾ ਭਾਰ ਜੋਖਣ ਵਾਲਾ ਹੈ। ਐਸੀ ਬਖਸ਼ਿਸ਼ ਕਰਦੇ ਹਨ। ਆਪੇ ਦੇਖਾ ਆਪੇ ਬੂਝਾ, ਆਪ ਹੀ ਜੀਵਾਂ ਦੇ ਕਰਮਾਂ ਨੂੰ ਉਹ ਪ੍ਰਮਾਤਮਾ ਦੇਖਦਾ ਹੈ। ਪਰਮਾਤਮਾ ਦੀ ਅੱਖ ਸਦਾ ਹੀ ਸਾਡੇ ਉੱਪਰ ਹੈ। ਉਹ ਜੀਵਾਂ ਦੇ ਸਾਰੇ ਕੀਤੇ ਕਰਮਾਂ ਨੂੰ ਦੇਖਦਾ। ਆਪੇ ਦੇਖੈ, ਉਹ ਵੇਖਦਾ ਵੀ ਆਪ ਹੈ। ਆਪੇ ਬੂਝਾ, ਅਤੇ ਫਿਰ ਉਹ ਪਰਮਾਤਮਾ ਫਲ ਦੇਣਾ ਵੀ ਆਪ ਜਾਣਦਾ ਹੈ। ਜਿਵੇਂ ਦੇ ਕਰਮ ਕੀਤੇ ਫਲ ਉਵੇਂ ਦਾ ਹੀ। ਉਹਦੇ ਕੋਲ ਸਾਰੀਆਂ ਹੀ ਧਾਰਾ ਪਈਆਂ, ਗ੍ਰੰਥ ਉਹਦੇ ਕੋਲ ਪਏ ਵੀ ਕਦੋਂ ਕਦੀ ਕਿਹੜੀ ਧਾਰਾ ਲਾਉਣੀ ਆ। ਵਕੀਲ ਦੇ ਕੇਸ ਪੈ ਜਾਂਦਾ ਨਾ, ਤੇ ਪੁਲਿਸ ਵਾਲੇ ਧਾਰਾ ਲਾਉਂਦੇ ਵੀ ਇਹਨੇ ਆਹ ਗੁਨਾਹ ਕੀਤਾ ਹੈ, ਇਹ ਦਫਾ ਲੱਗੇਗੀ, ਇਹ ਦਫਾ ਲੱਗੇ। ਆਪ ਨੂੰ ਨਹੀਂ ਪਤਾ ਲੱਗਦਾ ਤੇ ਦੂਜੇ ਕੋਲੋਂ ਪੁੱਛ ਲੈਂਦੇ, ਸਲਾਹ ਲੈ ਲੈਂਦੇ। ਪਰ ਰੱਬ ਨੇ ਉਹ ਦਫਾ ਲਾਉਣ ਵਾਲਾ ਗ੍ਰੰਥ ਕੋਲ ਹੀ ਰੱਖਿਆ ਹੋਇਆ। ਉਹ ਵੇਖਦਾ ਵੀ ਇਹਨੇ ਆਹ ਪਾਪ ਕੀਤਾ, ਹੁਣ ਇਹਨੂੰ ਇਹ ਸਜ਼ਾ ਮਿਲੇਗੀ। ਆਹ ਮਾੜਾ ਕਰਮ ਕੀਤਾ, ਹੁਣ ਇਹਨੂੰ ਇਹ ਫਲ ਮਿਲੇਗਾ। ਉਹ ਪਰਮਾਤਮਾ ਆਪੇ ਹੀ ਜੀਵਾਂ ਨੂੰ ਦੇਖਦਾ ਹੈ, ਇਹਦੇ ਕੀਤੇ ਕਰਮਾਂ ਨੂੰ ਆਪੇ ਬੂਝੈ। ਫਿਰ ਉਹਨਾਂ ਨੂੰ ਸਜ਼ਾ ਦੇਣ ਦੀ ਵਿਚਾਰ ਵੀ ਆਪ ਰੱਖਦਾ ਵੀ ਇਹਨਾਂ ਨੂੰ ਸਜ਼ਾ ਕੀ ਦੇਣੀ ਹੈ। ਐਸਾ ਉਹ ਸਮਰੱਥ ਹੈ। ਆਪੇ ਹੈ ਵਣਜਾਰਾ, ਅਤੇ ਉਹ ਜੀਵ ਰੂਪੀ ਵਣਜਾਰਾ ਵੀ ਆਪ ਹੈ। ਵਣਜ ਕਰਨ ਵਾਲਾ, ਵਪਾਰ ਕਰਨ ਵਾਲਾ ਵੀ ਆਪ ਹੈ। ਅੰਦੁਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਹੈ ਪਰਮਾਤਮਾ ਇਹ ਜਿਹੜਾ ਜੀਵ ਹੈ ਨਾ ਅੰਧਲਾ ਹੈ। ਅੰਨਾ ਕਿਹਾ ਜਾਂਦਾ ਹੈ ਜਿਹਦੀਆਂ ਦੋਨੇ ਅੱਖਾਂ ਨਾ ਹੋਣ। ਜੇ ਇੱਕ ਅੱਖ ਹੋਵੇ ਤੇ ਉਹਨੂੰ ਕਾਣਾ ਕਿਹਾ ਜਾਂਦਾ। ਅੰਨਾ ਉਹ ਹੈ ਜਿਹਦੀਆਂ ਦੋਵੇਂ ਅੱਖਾਂ ਨਹੀਂ। ਮਹਾਰਾਜ ਕਹਿਣ ਲੱਗੇ ਬੰਦਿਆ ਤੇਰੇ ਕੋਲ ਨਾ ਗਿਆਨ ਦੀ ਅੱਖ ਹੈ, ਨਾ ਵੈਰਾਗ ਦੀ ਅੱਖ ਹੈ। ਨਾ ਤੇ ਤੈਨੂੰ ਗਿਆਨ ਹੈ ਕਿਸੇ ਵੀ ਗੱਲ ਦਾ, ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਣੀ ਇਹ ਗਿਆਨ ਨਹੀਂ ਹੈ। ਨਾ ਹੀ ਤੇਰੇ ਕੋਲ ਵੈਰਾਗ ਹੈ ਵੀ ਸਭ ਕੁਝ ਛੱਡ ਕੇ ਚਲੇ ਜਾਣਾ ਹੈ। ਦੋਵੇਂ ਹੀ ਅੱਖਾਂ ਤੇਰੇ ਕੋਲ ਨਹੀਂ, ਇਸ ਕਰਕੇ ਤੈਨੂੰ ਅੰਧਾ ਆਖਿਆ ਹੈ, ਅੰਧਲਾ। ਤੇ ਦੂਜਾ ਬਚਨ ਮਹਾਰਾਜ ਨੇ ਆਖਿਆ ਨੀਚ। ਨੀਚ ਤੋਂ ਭਾਵ ਹੈ ਨੀਵੇਂ ਸੰਕਲਪਾਂ ਵਾਲਾ, ਮਾੜੇ ਸੰਕਲਪ ਸੋਚਦਾ ਹਰ ਵੇਲੇ। ਅੰਧਲਾ ਨੀਚ
ਇਹ ਮਨੁੱਖ ਵੈਰਾਗ ਤੇ ਅੱਖ ਦੀ ਰਹਿਤ ਹੋਣ ਕਰਕੇ ਇਹ ਅੰਨਾ ਹੈ, ਮਾੜੇ ਸੰਕਲਪਾਂ ਕਰਕੇ ਇਹ ਨੀਚ ਹੈ। ਜਾਤ ਪਰਦੇਸੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਰੂਪ ਰੂਪੀ ਦੇਸ਼ ਤੋਂ ਪਰੇ ਹੋਣ ਕਰਕੇ ਪਰਦੇਸੀ ਹੈ। ਪਰਦੇਸੀ ਉਹਨੂੰ ਹੀ ਕਿਹਾ ਜਾਂਦਾ ਨਾ ਜਿਹੜਾ ਸਾਡੇ ਦੇਸ਼ ਵਿੱਚ ਨਾ ਹੋਵੇ ਤੇ ਕਿਸੇ ਦੂਜੇ ਦੇਸ਼ ਵਿੱਚ ਰਹਿੰਦਾ ਹੋਵੇ, ਉਹਨੂੰ ਕਿਹਾ ਜਾਂਦਾ ਪਰਦੇਸੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਜੀਵ ਹੈ ਸਰੂਪ ਤੋਂ ਪਰੇ ਹੋਣ ਕਰਕੇ, ਪਰਮਾਤਮਾ ਦੀ ਪ੍ਰਾਪਤੀ ਤੋਂ ਪਰੇ ਹੋਣ ਕਰਕੇ ਇਹ ਪਰਦੇਸੀ ਹੈ। ਖਿਨ ਆਵੈ ਤਿਲ ਜਾਵੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਖਿਣ ਵਿੱਚ ਆਉਂਦਾ ਤੇ ਤਿਲ ਸਮੇਂ ਵਿੱਚ ਚਲਾ ਜਾਂਦਾ ਹੈ। ਐਸੀ ਇਹ ਜੀਵ ਦੀ ਹਾਲਤ ਹੈ। ਤਾਂ ਕੀ ਸੰਗਤ ਨਾਨਕ ਰਹਿੰਦਾ। ਮਹਾਰਾਜ ਕਹਿਣ ਲੱਗੇ ਇਹੋ ਜਿਹੇ ਚੰਚਲ ਮਨ ਦੀ ਸੰਗਤ ਵਿੱਚ ਇਹ ਜੀਵ ਰਹਿੰਦਾ ਹੈ। ਜਿਹੜਾ ਮਨ ਵੈਰਾਗ ਤੇ ਗਿਆਨ ਦੀ ਅੱਖ ਤੋਂ ਰਹਿਤ ਹੈ, ਜਿਸ ਮਨ ਦੇ ਵਿੱਚ ਨੀਚਤਾਈਆਂ ਦੇ ਸੰਕਲਪ ਚੱਲਦੇ ਰਹਿੰਦੇ, ਜਿਹੜਾ ਮਨ ਸਰੂਪ ਰੂਪੀ ਘਰ ਤੋਂ ਪਰੇ ਹੋਣ ਕਰਕੇ ਪਰਦੇਸੀ ਹੈ, ਜਿਹੜਾ ਮਨ ਇੱਕ ਖਿਣ ਦੇ ਵਿੱਚ ਕੁਝ ਹੋਰ ਸੋਚਦਾ ਤੇ ਦੂਜੇ ਖਿਣ ਵਿੱਚ ਕੁਝ ਹੋਰ ਸੋਚਦਾ ਹੈ, ਐਸੇ ਮਨ ਦੀ ਸੰਗਤ ਵਿੱਚ ਤਾਂ ਕੀ ਸੰਗਤ ਨਾਨਕ ਰਹਿੰਦਾ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਐਸੇ ਚੰਚਲ ਮਨ ਦੀ ਸੰਗਤ ਵਿੱਚ ਇਹ ਜੀਵ ਰਹਿੰਦਾ ਹੈ। ਕਿਉਂ ਕਰ ਮੂੜਾ ਪਾਵੈ। ਇਹ ਫਿਰ ਮੂਰਖ ਜੀਵ ਜਿਹੜਾ ਹੈ ਉਹ ਪ੍ਰਮਾਤਮਾ ਨੂੰ ਕਿਵੇਂ ਪਾਵੇਗਾ, ਨਹੀਂ ਪਾ ਸਕਦਾ ਹੈ। ਇਸ ਕਰਕੇ ਇਹ ਜੀਵ ਚੰਚਲ ਮਨ ਦੀ ਸੰਗਤ ਵਿੱਚ ਹੋ ਰਿਹਾ ਹੈ, ਤਾਂ ਕਰਕੇ ਉਸ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਇਹ ਮਹਾਰਾਜ ਨੇ ਕਿਰਪਾ ਕੀਤੀ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਅੰਧਲਾ ਨੀਚ ਜਾਤ ਪਰਦੇਸੀ ਖਿਨ ਆਵੈ ਤਿਲ ਜਾਵੈ। ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ